ਵਾਹਿਗੁਰੂ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਰਥੀ ਸਾਖਤ ਕੀ ਆਰਜਾ, ਸਾਜ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਗੰਧ, ਮੁਖ ਆਵਤ ਤਾਂ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਉ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਾਨਨਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨ ਕਾਹੂ ਕੀਨ ਭੀਨ। ਅਵਰ ਉਪਦੇਸੈ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ। ਆਪੈ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕੁਛ ਜਾਣੈ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲਏ ਲੜ ਲਾਏ, ਥਾਨ ਥਨੰਤਰ ਰਹਾ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸ੍ਰੀ ਗੁਰਦੇਵ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਇਸ ਸ਼ਾਹਕਾਰ ਨੂੰ ਅੱਗੇ ਵਧਾਈਏ। ਅਗਲੀ ਵਿਚਾਰ ਹਾਜ਼ਰ ਹੈ ਆਪਣੀ ਤੁਸ਼ ਬੁੱਧੀ ਅਨੁਸਾਰ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੂਲ ਕਰਿਓ ਦਸਵੇਂ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਰਾ ਫਤਿਹ। ਪੰਚਮ ਪਾਤਸ਼ਾਹ ਜੀ ਫਰਮਾ ਰਹੇ ਹੈ, ਬਿਰਥੀ ਸਾਖਤ ਕੀ ਆਰਜਾ। ਸਾਖਤ ਕੌਣ ਹੁੰਦਾ? ਜਿਹੜਾ ਰੱਬ ਤੋਂ ਟੁੱਟਿਆ ਵਾ ਬੰਦਾ ਹੁੰਦਾ, ਜਿਹੜਾ ਮੱਛੀ ਮਾਸ ਦੇ ਵਿੱਚ ਗਲਤਾਨ ਹੁੰਦਾ, ਮਤਲਬ ਹੈ ਦੂਜੇ ਭਾਅ 'ਚ ਹੁੰਦਾ। ਉਹਦੀ ਆਰਜਾ ਵਿਅਰਥ ਹੈ। ਆਰਜਾ ਉਮਰ ਨੂੰ ਕਹਿੰਦੇ ਆ। ਆਰਜੂ ਹੁੰਦੀ ਹੈ ਚਾਹਤ, ਅਭਿਲਾਸ਼ਾ। ਆਰਜਾ ਉਮਰ। ਸਾਚ ਬਿਨਾ ਕਹਿ ਹੋਵਤ ਸੁੱਚਾ। ਸੱਚ ਬਿਨਾ ਬੰਦਾ ਕਿਵੇਂ ਸੁੱਚਾ ਹੋ ਸਕਦਾ ਹੈ? ਬਿਰਥਾ ਨਾਮ ਬਿਨਾ ਤਨ ਅੰਧ। ਨਾਮ ਤੋਂ ਬਿਨਾ ਜਿਹੜਾ ਸਰੀਰ ਹੈ ਉਹ ਅੰਨਾ ਹੈ। ਮੁਖ ਆਵਦ ਤਾਂ ਕਹਿ ਦੁਰਗੰਧ। ਉਹਦੇ ਮੁਖ ਤੋਂ ਵੀ ਦੁਰਗੰਧ, ਬਦਬੂ ਆਉਂਦੀ ਹੈ। ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ। ਸਿਮਰਨ ਤੋਂ ਬਿਨਾ ਦਿਨ ਰਾਤ ਬੇਕਾਰ ਚਲਿਆ ਜਾਂਦਾ। ਮੇਘ ਬਿਨਾ ਜਿਉਂ ਖੇਤੀ ਜਾਏ। ਜਿਵੇਂ ਬੱਦਲ ਨਾ ਵਰਸੇ ਤਾਂ ਖੇਤੀ ਸੁੱਕ ਜਾਂਦੀ ਹੈ, ਸਿਮਰਨ ਤੋਂ ਬਿਨਾ ਇਸ ਤਰ੍ਹਾਂ ਹੀ ਜੀਵਨ ਵਿਅਰਥ ਹੈ, ਸੁੱਕ ਜਾਂਦਾ ਹੈ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ। ਪਰਮਾਤਮਾ ਦੇ ਭਜਨ ਤੋਂ ਬਿਨਾ ਸਭ ਜਿੰਨੇ ਵੀ ਕੰਮ ਬੰਦਾ ਕਰਦਾ ਉਹ ਵਿਅਰਥ ਹੈ। ਜਿਉਂ ਕਿਰਪਨ ਕੇ ਨਿਰਾਰਥ ਦਾਮ। ਜਿੱਕਣ ਕੰਜੂਸ ਪੈਸੇ ਸਾਂਭ ਸਾਂਭ ਕੇ ਰੱਖਦਾ ਹੈ, ਉਹਨਾਂ ਤੋਂ ਕੰਮ ਨਹੀਂ ਲੈਂਦਾ, ਉਹ ਵਿਅਰਥ ਚਲੇ ਜਾਂਦੇ। ਧਨ ਧਨ ਤੇ ਜਨ ਜਿਹੇ ਘਟ ਬਸਿਓ ਹਰ ਨਾਉ। ਉਹ ਜਨ ਧਨ ਹੈ, ਧਨ ਧਨ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰੀ ਦਾ ਨਾਮ ਵਸਿਆ ਹੋਇਆ। ਨਾਨਕ ਤਾਂ ਕਹਿ ਬਲ ਬਲ ਜਾਉ। ਪਾਤਸ਼ਾਹ ਫਰਮਾਉਂਦੇ ਹੈ ਵੀ ਮੈਂ ਉਹਨਾਂ ਦੇ ਬਲਿਹਾਰ ਜਾਵਾਂ ਬਾਰ ਬਾਰ। ਰਹਿਤ ਅਵਰ ਕਛ ਅਵਰ ਕਮਾਵਤ। ਬਾਹਰ ਦੀ ਰਹਿਤ ਹੋਰ ਕਰਦਾ ਹੈ, ਅੰਦਰ ਦੀ ਹੋਰ ਹੈ। ਕਮਾਉਂਦਾ ਹੋਰ ਹੈ, ਕਹਿੰਦਾ ਹੋਰ ਹੈ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮਨ ਵਿੱਚ ਕੋਈ ਪ੍ਰਤੀਤ ਨਹੀਂ ਹੈ, ਪ੍ਰੀਤ ਨਹੀਂ ਹੈ, ਪਰ ਮੂੰਹ ਦੇ ਨਾਲ ਗੱਲਾਂ ਕਰਕੇ ਬਹੁਤ ਬੜਾ ਭਗਤ ਬਣ ਜਾਂਦਾ ਹੈ। ਐਸੇ ਤਰੀਕੇ ਨਾਲ ਸਿੱਖੀ ਹੈ। ਮਨ ਵਿੱਚ ਪ੍ਰੀਤ ਨਹੀਂ ਹੈ, ਬਾਹਰ ਤੋਂ ਬਾਣਾ ਪਾ ਕੇ ਬਹੁਤ ਸਾਰੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਸੰਤ ਬਣਾਉਂਦਾ ਹੈ। ਔਰ ਸਾਧ ਸੰਗਤ ਜੀਓ, ਜਿਹੜਾ ਜਹਾਨ ਹੈ, ਜ਼ਮਾਨਾ, ਜਗਤ, ਇਹ ਸਰੀਰ ਨੂੰ ਸੰਤ ਬਣਾਉਂਦਾ ਹੈ।
ਜਦ ਕਿ ਭਗਤ ਜਿਹੜਾ ਉਹ ਮਨ ਨੂੰ ਸੰਤ ਬਣਾਉਂਦਾ। ਜਾਣਨਹਾਰ ਪ੍ਰਭੂ ਪ੍ਰਵੀਨ, ਉਹ ਪ੍ਰਭੂ ਸਭ ਦੀਆਂ ਜਾਣਦਾ ਹੈ, ਘਟ ਘਟ ਦੀ ਉਹ ਜਾਣਦਾ ਹੈ, ਬਹੁਤ ਪ੍ਰਵੀਨ ਹੈ। ਬਾਹਰ ਭੇਖ ਨਾ ਕਾਹੂ ਭੀਨ, ਉਹਨੂੰ ਬਾਹਰ ਦਾ ਕਰਿਆ ਹੋਇਆ ਕੋਈ ਵੀ ਭੇਖ ਚੰਗਾ ਨਹੀਂ ਲੱਗਦਾ, ਉਹ ਭਿੱਜਦਾ ਨਹੀਂ, ਉਹਦੇ ਨਾਲ ਪ੍ਰਸੰਨ ਨਹੀਂ ਹੁੰਦਾ ਹੈ। ਕਿਉਂਕਿ ਅੰਦਰ ਬੈਠਾ ਹੈ, ਉਹਨੂੰ ਪਤਾ ਹੈ ਸਾਰੀ ਗੱਲ ਦਾ, ਵੀ ਇਹ ਅੰਦਰ ਤੇ ਹੋਰ ਹੈ, ਬਾਹਰੋਂ ਹੋਰ ਹੈ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਦੂਜਿਆਂ ਨੂੰ ਉਪਦੇਸ਼ ਕਰਦਾ ਹੈ, ਆਪ ਉਸ ਤਰ੍ਹਾਂ ਕਰਦਾ ਕੋਈ ਨਹੀਂ। ਆਉਂਦਾ ਜਾਂਦਾ 84 ਬਣੀ ਰਹਿੰਦੀ, ਜੰਮਦਾ ਮਰਦਾ ਰਹਿੰਦਾ। ਅਵਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ। ਆਪਣੀ ਖੇਤੀ ਉਜੜੀ ਜਾ ਰਹੀ ਹੈ, ਲੋਕਾਂ ਦੀਆਂ ਰਾਖੀਆਂ ਕਰਦਾ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸਕੀ ਸੀਖ ਤਰੈ ਸੰਸਾਰ। ਜਿਸ ਦੇ ਅੰਦਰ ਹਿਰਦੇ ਵਿੱਚ ਪਰਮਾਤਮਾ ਨਿਰੰਕਾਰ ਦਾ ਵਾਸਾ ਹੈ, ਉਹਦੀ ਸਿੱਖਿਆ ਦੇ ਨਾਲ ਸਾਰਾ ਸੰਸਾਰ ਤਰ ਜਾਂਦਾ ਹੈ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ। ਹੇ ਵਾਹਿਗੁਰੂ ਜੀ, ਉਹ ਜਿਹੜੇ ਤੈਨੂੰ ਭਾ ਜਾਂਦੇ, ਤੈਨੂੰ ਚੰਗੇ ਲੱਗਦੇ, ਉਹਨਾਂ ਨੇ ਤੈਨੂੰ ਜਾਣਿਆ। ਨਾਨਕ ਉਨ ਜਨ ਚਰਨ ਪਰਾਤਾ। ਪੰਚਮ ਪਾਤਸ਼ਾਹ ਉਹਨਾਂ ਜਨਾਂ ਦੇ ਚਰਨਾਂ ਨੂੰ ਪੈਣਾ ਚਾਹੁੰਦੇ, ਚਰਨ ਪਕੜਨੇ ਚਾਹੁੰਦੇ, ਮਤਲਬ ਇਹ। ਹੁਣ ਉਨ ਸ਼ਬਦ ਆਇਆ ਸਾਧ ਸੰਗਤ ਜੀਓ, ਊੜੇ ਨੂੰ ਔਂਕੜ ਨੰਨਾ, ਇਹ ਬਹੁਵਚਨਕ ਹੈ। ਉਹਨਾਂ ਜਨਾਂ ਦੇ, ਜਨ ਵੀ ਬਹੁਵਚਨਕ ਹੈ ਕਿਉਂਕਿ ਔਂਕੜ ਨਹੀਂ ਹੈ ਨੰਨੇ ਨੂੰ। ਨਾਨਕ ਉਨ ਜਨਾਂ ਦੇ ਚਰਨਾਂ ਨੂੰ ਪੈਂਦਾ ਹੈ, ਪਕੜਦਾ ਹੈ। ਜੇ ਹੁੰਦਾ ਇੱਕ ਵਚਨ ਤਾਂ ਜਨ ਦੇ ਨੰਨੇ ਨੂੰ ਵੀ ਔਂਕੜ ਆਉਣੀ ਸੀ, ਨੰਨੇ ਨੂੰ ਸਿਆਰੀ ਹੁੰਦੇ ਨੂੰ ਵੀ ਆਉਣੀ ਸੀਗੀ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ। ਮੈਂ ਬੇਨਤੀ ਕਰਦਾ ਹਾਂ, ਕਰੋ ਸਭ ਕੁਝ ਜਾਣਦਾ, ਉਹ ਪ੍ਰਵੀਨ ਹੈ। ਆਪਨ ਕੀਆ ਆਪੇ ਮੰਨੈ, ਉਹ ਆਪਣੇ ਕਰੇ ਹੋਏ ਨੂੰ ਆਪੇ ਮਨਾਉਂਦਾ। ਬਹੁਤ ਸਰਬੱਗ ਹੈ, ਆਪਣੇ ਆਪ ਨੂੰ ਪੈਦਾ ਕਰੇ ਹੋਏ ਨੂੰ ਆਪ ਹੀ ਉਹਨੂੰ ਮਾਣ ਵੀ ਬਖਸ਼ ਦਿੰਦਾ। ਆਪਨ ਕੀਆ ਆਪੇ ਮੰਨੈ, ਆਪੇ ਆਪ ਕਰਤ ਨਵੇਰਾ, ਉਹ ਆਪ ਹੀ ਨਵੇੜਾ ਕਰਦਾ ਹੈ। ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਕਿਸੇ ਨੂੰ ਲੱਗਦਾ ਬਹੁਤ ਦੂਰ ਹੈ, ਕਿਸੇ ਮੰਦਰਾਂ ਪਹਾੜਾਂ ਤੀਰਥਾਂ ਪਰ ਹੈ, ਕਿਸੇ ਕੰਦਰਾਂ ਵਿੱਚ ਹੈ, ਤੇ ਕਿਸੇ ਨੂੰ ਲੱਗਦਾ ਵੀ ਤੂੰ ਅੰਦਰ ਹੈ ਉਹਦਾ ਹੁਕਮ। ਪਰ ਜੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸਮਝ ਲਈਏ ਵੀ ਉਹ ਦੂਰ ਵੀ ਹੈਗਾ, ਨਹੀਂ ਭਾਈ, ਉਹ ਅੰਦਰ ਹੈ, ਇਹ ਗੁਰਮਤ ਦਾ ਥਾਟ ਹੈ। ਬੇਸ਼ੱਕ ਕਿਸੇ ਨੂੰ ਉਹ ਦੂਰ ਵੀ ਲੱਗਦਾ, ਉਹ ਉਹਦਾ ਹੁਕਮ ਹੈ। ਜਿਹੜੇ ਦੋਹਾਂ ਦੇ ਵਿੱਚੋਂ ਜਿਹੜੀ ਅਸਲੀ ਗੱਲ ਹੈ ਉਹ ਅੰਦਰ ਹੈ। ਉਹ ਪਾਵ ਸਿਆਣਪ ਸਗਲ ਤੇ ਰਹਿਤ। ਕੋਈ ਯੁਕਤੀ, ਕੋਈ ਦਲੀਲ, ਕੋਈ ਸਿਆਣਪ ਉਹਦੇ ਅੱਗੇ ਨਹੀਂ ਚੱਲਦੀ। ਸਭ ਕੁਛ ਜਾਣੈ ਆਤਮ ਕੀ ਰਹਿਤ। ਉਹ ਅੰਦਰ ਦੀ ਰਹਿਤ ਨੂੰ ਜਾਣਦਾ, ਇਸ ਕਰਕੇ ਉਹਦੇ ਮੂਹਰੇ ਕਿਆ ਸਿਆਣਪਾਂ ਚਲਾਕੀਆਂ, ਕਿਆ ਕੋਈ ਕਰੂਗਾ ਬੰਦਾ। ਜਿਸ ਭਾਵੈ ਤਿਸ ਲਏ ਲੜ ਲਾਏ। ਜਿਹਨੂੰ ਉਹ ਚਾਹੁੰਦਾ ਹੈ ਉਹਨੂੰ ਆਪਣੇ ਲੜ ਲਾ ਲੈਂਦਾ ਹੈ। ਜੇ ਕਹੀਏ ਵੀ ਅਸੀਂ ਉਹਦੇ ਲੜ ਲੱਗ ਜਾਂਗੇ, ਜਾਂ ਕੋਈ ਬੰਦਾ ਕਹਿੰਦਾ ਮੈਂ ਉਹਦੇ ਲੜ ਲੱਗਿਆ, ਮੈਂ ਉਹ ਗਲਤ ਬਿਆਨੀ ਹੈ। ਨਹੀਂ ਲੱਗ ਸਕਦਾ ਬੰਦਾ ਆਪਣੇ ਆਪ ਤੋਂ, ਉਹਨੇ ਸਾਡਾ ਹੱਥ ਪਕੜਨਾ, ਅਸੀਂ ਨਹੀਂ ਉਹਨੂੰ ਪਕੜਨਾ। ਜਿਵੇਂ ਪੰਚਮ ਪਾਤਸ਼ਾਹ ਨੇ ਹੋਰ ਕਈ ਜਗ੍ਹਾ ਇਹ ਬਾਤ ਆਈ ਹੋਈ ਹੈ ਉਹਨਾਂ ਦੀ ਬਾਣੀ 'ਚ, ਬਾਂਹ ਪਕੜ ਪ੍ਰਿਯ ਸੇਜੈ ਆਨੀ। ਮੈਨੂੰ ਮੇਰੇ ਪਤੀ ਨੇ ਬਾਂਹ ਤੋਂ ਪਕੜ ਕੇ ਸੇਜ ਤੇ ਲਿਆਂਦਾ, ਮੈਂ ਨਹੀਂ ਆ ਸਕੀ, ਮੇਰੀ ਕੋਈ ਔਕਾਤ ਨਹੀਂ ਹੈ। ਥਾਨ ਥਰੰਤਰ ਰਿਹਾ ਸਮਾਏ। ਹਰ ਜਗ੍ਹਾ ਥਾਨਾਂ ਵਿੱਚ, ਥਾਨਾਂ ਦੇ ਅੰਦਰ ਉੱਪਰ ਹੇਠ ਵਿਚਾਲੇ ਸਭ ਜਗ੍ਹਾ ਉਹ ਸਮਾਇਆ ਹੋਇਆ। ਸੋ ਸੇਵਕ ਜਿਸ ਕਿਰਪਾ ਕਰੀ। ਸੇਵਕ ਉਹੀ ਬਣਦਾ ਜਿਹਦੇ ਉੱਪਰ ਉਹਦੀ ਕਿਰਪਾ ਹੁੰਦੀ ਹੈ। ਨਿਮਖ ਨਿਮਖ ਜਪ ਨਾਨਕ ਹਰੀ। ਇੱਕ ਇੱਕ ਨਿਮਖ, ਇੱਕ ਇੱਕ ਪਲ ਪੰਚਮ ਪਾਤਸ਼ਾਹ ਫਰਮਾਉਂਦੇ ਆ ਵੀ ਮੈਂ ਉਹਦਾ ਜਾਪ ਕਰਦਾ, ਹਰੀ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ। ਹੁਣ ਸਾਧ ਸੰਗਤ ਜੀ, ਉਹ ਹਰੀ ਸ਼ਬਦ ਵੀ ਗੁਰਬਾਣੀ 'ਚ ਕਈ ਜਗ੍ਹਾ ਆਉਂਦਾ ਹੈ। ਛਲ ਵਿਛਲ ਆਣ ਤੋਂ ਖੀਲੇ ਹਰੀ। ਜਦੋਂ ਹਨੂੰਮਾਨ ਜੀ ਬੂਟੀ ਲੈ ਕੇ ਆਇਆ ਔਰ ਭਗਤ ਲੋਚਨ ਜੀ ਨੇ ਉਹਦਾ ਹਵਾਲਾ ਦਿੱਤਾ ਹੈ। ਛਲ ਵਿਛਲ ਆਣ ਤੋਂ ਖੀਲੇ ਹਰੀ। ਉਹ ਬੂਟੀ ਛਲ ਵਿਛਲ ਲਿਆ ਕੇ ਆਪਣੇ ਹਰੀ ਨੂੰ, ਭਗਵਾਨ ਨੂੰ ਖੁਸ਼ ਕਰਿਆ। ਰਾਮ ਚੰਦਰ ਜੀ ਵਾਸਤੇ ਹਰੀ ਸ਼ਬਦ ਵਰਤਿਆ।
ਹਰੀ ਇੱਕ ਜਿਹੜੇ ਅਵਤਾਰ ਹੈ 24, ਉਹਨਾਂ ਦੇ ਵਿੱਚ ਇੱਕ ਹਰੀ ਨਰਾਇਣ ਵੀ ਹੈਗਾ ਹੈ, ਉਹ ਵੀ ਇੱਕ ਅਵਤਾਰ ਹੈ। ਤੇ ਹਰੀ ਪਰਮਾਤਮਾ ਖਾਤਰ ਗੁਰਬਾਣੀ ਨੇ ਵਰਤਿਆ ਹੋਇਆ। ਭੇਦ ਹੈ ਇਹਨਾਂ ਗੱਲਾਂ ਵੀ ਸਾਰੀਆਂ ਵਿੱਚ। ਜਿੱਥੇ ਹਰੀ ਦਾ ਜ਼ਿਕਰ ਗੁਰਮਤਿ ਦੇ ਤੌਰ ਤੇ ਆਉਂਦਾ ਉੱਥੇ ਪਰਮਾਤਮਾ ਖਾਤਰ ਹੈ, ਤੇ ਜੇ ਕਿਸੇ ਹੋਰ ਪ੍ਰਸੰਗ ਵਿੱਚ ਆਉਂਦਾ ਤਾਂ ਉਹ ਕਿਸੇ ਹੋਰ ਵਜ੍ਹਾ ਤੋਂ ਆ ਰਿਹਾ। ਕਿਉਂਕਿ ਜਿਹੜੇ ਆਮ ਹਿੰਦੁਸਤਾਨੀ ਫਲਸਫਾ ਹੈ, ਖਾਸ ਕਰਕੇ ਸਾਡਾ ਜਿਹੜਾ ਹਿੰਦੂ ਵੀਰ ਹੈ, ਉਹ ਅਵਤਾਰਾਂ ਨੂੰ ਪਰਮਾਤਮਾ ਮੰਨਦੇ ਹੈ। ਉਸ ਲਹਿਜੇ ਵਿੱਚ ਆਈ ਹੋਈ ਬਾਤ ਹੈ ਉਹ ਹਰੀ। ਬਲ ਛਲ ਵਿਛਲ ਆਣ ਤੌਖੀਲੇ ਹਰੀ। ਗੁਰਬਾਣੀ ਦਾ ਹਰੀ ਪਰਮਾਤਮਾ ਹੈ, ਜਿਹੜਾ ਸਭ ਦੇ ਘਟਾਂ 'ਚ ਵਸਦਾ ਹੈ, ਕੇਵਲ ਇੱਕ ਸਰੀਰ 'ਚ ਨਹੀਂ ਆਇਆ। ਗੁਰਬਾਣੀ ਦਾ ਜਿਹੜਾ ਰਾਮ ਹੈ ਉਹ ਸਾਰਿਆਂ ਸਰੀਰਾਂ ਵਿੱਚ ਆਇਆ, ਹੁਣ ਵੀ ਹੈ, ਰਹੇਗਾ ਵੀ। ਤੇ ਇੱਕ ਸਰੀਰ ਵਾਲਾ ਆਇਆ ਔਰ ਚਲਾ ਗਿਆ। ਇਹ ਬੜੇ ਅੰਤਰ ਹੈ ਇਹਨਾਂ ਚੀਜ਼ਾਂ 'ਚ ਸਮਝਣ ਦੇ। ਜੇ ਮਹਾਰਾਜ ਕਿਰਪਾ ਹੀ ਕਰ ਦੇਵੇ ਤਾਂ ਸਮਝ ਆ ਸਕਦੀ, ਅਦਰਵਾਈਜ਼ ਬਹੁਤ ਮੁਸ਼ਕਿਲ ਹੈ। ਫਿਰ ਵੀ ਕਿੰਨੀ ਕੁ ਆਉਂਦੀ ਇਹ ਵੀ ਪਤਾ ਨਹੀਂ ਹੈ, ਕਿਉਂਕਿ ਬੰਦੇ ਦੀ ਲਿਮਟ ਹੈ, ਉਹ ਲਿਮਟਲੈਸ ਹੈ, ਬੇਅੰਤ ਹੈ। ਬਸ ਸਾਨੂੰ ਉਹ ਆਪਣਾ ਅੰਤ ਦਿਖਾਉਣ ਲੱਗ ਜਾਵੇ, ਫਿਰ ਬੇਅੰਤ ਯਾਦ ਆਈ ਜਾਂਦਾ। ਜਿੰਨਾ ਚਿਰ ਅੰਤ ਨਹੀਂ ਪਤਾ, ਮੌਤ ਦਾ ਨਹੀਂ ਡਰ ਹੈ, ਉਨਾ ਚਿਰ ਡਰਨਾ ਨਹੀਂ, ਮੌਤ ਤੋਂ ਸੁਚੇਤ ਹੋਣਾ ਹੁੰਦਾ ਹੈ। ਡਰ ਤਾਂ ਹੁੰਦਾ ਹੀ ਨਹੀਂ ਹੈ ਕਦੇ ਵੀ ਜਿਹੜੇ ਗੁਰਮੁਖ ਹੁੰਦੇ ਉਹਨਾਂ ਨੂੰ, ਪਰ ਮੌਤ ਪ੍ਰਤੀ ਸੁਚੇਤ ਜ਼ਰੂਰ ਹੁੰਦੇ ਹੋ ਵੀ ਤੂੰ ਕਦੇ ਵੀ ਆ ਸਕਦੀ ਹੈ, ਅਗਲੇ ਪਲ ਆ ਸਕਦੀ ਹੈ। ਤੋ ਜਿਹੜਾ ਬੰਦੇ ਨੂੰ ਅੰਤ ਯਾਦ ਰਹੂਗਾ ਉਹਨੂੰ ਹਮੇਸ਼ਾ ਬੇਅੰਤ ਯਾਦ ਆਊਗਾ। ਜੇ ਅੰਤ ਯਾਦ ਨਹੀਂ ਹੈ, ਉਹ ਬੰਦੇ ਦੇ ਰੱਬ ਯਾਦ ਹੋ ਹੀ ਨਹੀਂ ਸਕਦਾ ਕਦੇ ਵੀ। ਦਿਓ ਆਗਿਆ, ਕਿਸੇ ਵੀ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਗੁਰਮੁਖ ਦੀ ਔਰ ਮਨਮੁਖ ਦੀ ਵਿਚਾਰ ਹੋ ਰਹੀ ਕੱਲ੍ਹ ਦੀ, ਬੜਾ ਆਨੰਦ ਆ ਰਿਹਾ ਹੈ। ਗੁਰਬਾਣੀ ਵਿੱਚ ਖਾਸ ਕਰਕੇ ਸਿੱਧ ਗੋਸ਼ਟ ਵਿੱਚ ਗੁਰਮੁਖ ਔਰ ਮਨਮੁਖ ਦੇ ਲੱਛਣ ਦੱਸੇ ਹੋਏ ਹੈ, ਪਰ ਸਾਡੀ ਸਮਝ ਕੱਚੀ ਹੈ, ਬੈਠਦੀ ਨਹੀਂ ਗੱਲ ਮਨ 'ਚ। ਜੇ ਗੁਰਬਾਣੀ ਤੋਂ ਹੀ ਆਪਾਂ ਸਮਗਰਤਾ ਵਿੱਚ ਲਈਏ ਗੱਲ, ਤਾਂ ਗੁਰਬਾਣੀ 'ਚ 4 ਸ਼ਬਦ ਆ ਰਹੇ ਹੈ ਇਸੇ ਤਰ੍ਹਾਂ ਦੇ, ਬੇਮੁਖ, ਮਨਮੁਖ, ਸਨਮੁਖ ਔਰ ਗੁਰਮੁਖ। 4 ਹੈ, ਅਲੱਗ ਅਲੱਗ ਕਿਤੇ ਕਿਤੇ ਪਏ। ਬੇਮੁਖ ਕੌਣ ਹੁੰਦਾ ਹੈ? ਜਿਹੜਾ ਗੁਰੂ ਨਾਲ ਔਰ ਪਰਮਾਤਮਾ ਨਾਲ ਵੀ ਆਡੇ ਲਾਉਂਦਾ ਹੈ, ਮੰਨਦਾ ਨਹੀਂ ਉਹਨਾਂ ਨੂੰ, ਕੋਈ ਮਾਨਤਾ ਨਹੀਂ ਦਿੰਦਾ। ਜਿਵੇਂ ਫਿਰੌਨ, ਨਮਰੂਦ, ਹਿਰੌਡ, ਇਹ ਦੂਜੇ ਸਾਡੇ ਧਰਮਾਂ ਦੇ ਵਿੱਚ ਹੋਏ ਇਹੋ ਜਿਹੇ ਨਾਸਤਿਕ ਲੋਕ ਜਿਹੜੇ ਰੱਬ ਨੂੰ ਕੋਈ ਨਹੀਂ ਮੰਨਦੇ ਸੀ, ਅਤੇ ਗੁਰੂ ਘਰਾਂ 'ਚ ਵੀ ਐਸੇ ਹੋਏ, ਔਰ ਉਹਨਾਂ ਨੂੰ ਬੇਮੁਖ ਕਿਹਾ ਜਾਂਦਾ ਹੈ। ਇੱਕ ਮਿਸਾਲ ਪ੍ਰਿਥੀ ਚੰਦ ਦੀ ਵੀ ਹੈ। ਪੰਚਮ ਪਾਤਸ਼ਾਹ ਔਰ 6ਵੇਂ ਪਾਤਸ਼ਾਹ ਜਦੋਂ ਬਾਲ ਰੂਪ ਸੀਗੇ, ਉਦੋਂ ਉਹਨਾਂ ਨੇ ਕਿੰਨੇ ਆਡੇ ਲਾਏ, ਮਾਰਨ ਦੇ ਕਿੰਨੇ ਉਪਰਾਲੇ ਕਰੇ। ਬੇਮੁਖਤਾ ਹੀ ਇਹਨੂੰ ਕਹਿੰਦੇ। ਇਸ ਤੋਂ ਅੱਗੇ ਥੋੜ੍ਹਾ ਜਿਹਾ ਅੱਛਾ ਹੁੰਦਾ ਹੈ ਮਨਮੁਖ, ਬੇਮੁਖ ਤੋਂ। ਇਹ ਨਹੀਂ ਵੀ ਉਹ ਚੰਗਾ ਹੁੰਦਾ, ਬੇਮੁਖ ਨਾਲੋਂ ਚੰਗਾ ਹੁੰਦਾ ਥੋੜ੍ਹਾ ਜਿਹਾ। ਉਹ ਕਿਆ ਹੁੰਦਾ ਹੈ? ਉਹ ਆਸਥਾ ਤਾਂ ਹੁੰਦੀ ਹੈ ਉਹਦੀ ਰੱਬ ਦੇ ਵਿੱਚ ਔਰ ਗੁਰੂ 'ਚ, ਲੇਕਿਨ ਉਹ ਕਰਦਾ ਆਪਣੇ ਮਨ ਦੀ ਹੈ। ਉਹਦਾ ਮਨ ਜੋ ਕਹਿੰਦਾ ਉਹ ਕਰਦਾ ਹੈ, ਗੁਰੂ ਦੀ ਗੱਲ ਨੂੰ ਉਹ ਮੰਨਦਾ ਨਹੀਂ। ਉਹ ਹੁੰਦੇ ਆ ਮਨਮੁਖ। ਸਿੱਖ ਹਿਸਟਰੀ ਵਿੱਚ ਵੀ ਗੁਰੂ ਸਾਹਿਬਾਨਾਂ ਦੇ ਕਾਲ ਵਿੱਚ ਵੀ ਐਸੇ ਗੁਰੂ ਘਰਾਂ 'ਚ ਵੀ ਹੋਏ ਮਨਮੁਖ। ਦਾਸਰਾ ਨਾ ਕੋਈ ਨਾ ਲਵੇ, ਕਿਉਂਕਿ ਵਿਵਾਦ ਦੇ ਕਾਰਨ ਵੀ ਬਣ ਜਾਂਦੇ, ਕਈ ਲੋਕਾਂ ਦੀ ਸ਼ਰਧਾ ਹੁੰਦੀ ਹੈ। ਤੋ ਜਿਹੜੇ ਮਨਮੁਖ ਹੈ ਉਹਨਾਂ ਤੋਂ ਫਿਰ ਹੋਰ ਉੱਤਮ ਬੰਦਾ ਹੁੰਦਾ ਸਨਮੁਖ। ਸਨਮੁਖ ਹਮੇਸ਼ਾ ਗੁਰੂ ਵੱਲ ਨੂੰ ਮੂੰਹ ਰਹਿੰਦਾ, ਉਹਦਾ ਮੰਨਦਾ ਹੈ ਗੁਰੂ ਨੂੰ, ਬੜਾ ਕਰਦਾ ਗੁਰੂ ਨੂੰ, ਰੱਬ ਦਾ ਖਿਆਲ ਕਰਦਾ ਹੈ, ਰੱਬ ਦੇ ਵਿੱਚ ਪੂਰੀ ਆਸਥਾ ਹੁੰਦੀ, ਲੇਕਿਨ ਅਜੇ ਨਾਮ ਨਹੀਂ ਚੱਲਿਆ ਹੁੰਦਾ ਅੰਦਰ, ਅਜੇ ਗੁਰੂ ਬਖਸ਼ਿਸ਼ ਹੋਈ ਨਹੀਂ ਹੁੰਦੀ ਪੂਰੀ। ਬਖਸ਼ਿਸ਼ ਹੁੰਦੀ ਹੈ ਪਰ ਪੂਰੀ ਨਹੀਂ ਹੋਈ ਹੁੰਦੀ। ਉਹੋ ਜਿਹੇ ਜਿਹੜੇ ਸਨਮੁਖ ਹੁੰਦੇ ਉਹ ਵੀ ਸਤਿਕਾਰਤ ਹੁੰਦੇ। ਕਿਸੇ ਵੀ ਘੜੀ ਉਹਨਾਂ ਦੇ ਉੱਤੇ ਵਰਖਾ ਹੋਣੀ ਹੁੰਦੀ ਹੈ ਨਾਮ ਦੀ, ਅਤੇ ਜਦੋਂ ਵਰਖਾ ਹੋ ਜਾਏ, ਨਾਮ ਅੰਦਰ ਚੱਲ ਪਵੇ, ਗੁਰੂ ਰਹਿਮਤ ਕਰ ਦੇਵੇ, ਉਹਨੂੰ ਕਿਹਾ ਜਾਂਦਾ ਗੁਰਮੁਖ। ਗੁਰਮੁਖ ਬਹੁਤ ਉੱਚੀ ਅਵਸਥਾ ਹੈ। ਗੁਰੂ ਨਾਨਕ ਸਾਹਿਬ ਨੂੰ ਵੀ ਗੁਰਮੁਖ ਗਰਦਾਨਿਆ ਭਾਈ ਗੁਰਦਾਸ ਜੀ ਨੇ, ਕਿਉਂਕਿ ਗੁਰਮੁਖ ਬਹੁਤ ਉੱਚਾ ਹੁੰਦਾ ਹੀ ਹੁੰਦਾ, ਉਹਦੇ 'ਚ ਕੋਈ ਡਾਊਟ ਨਹੀਂ। ਜਿਹਦੇ ਅੰਦਰ ਨਾਮ ਚੱਲਦਾ ਹੈ ਉਹ ਰੱਬ ਵਰਗਾ ਹੀ ਹੋ ਜਾਂਦਾ, ਫਿਰ ਦੂਜਾ ਉਹਦੇ ਨਾਲ ਕੋਈ ਭੇਦ ਰਹਿ ਨਹੀਂ ਜਾਂਦਾ ਰੱਬ ਤੋਂ ਬਿਨਾਂ ਉਹਦਾ। ਸੰਤ ਰਾਮ ਹੈ ਏਕੋ, ਉਹ ਬਾਤ ਹੋ ਜਾਂਦੀ ਹੈ।
ਬੇਸ਼ੱਕ ਸੰਸਾਰ ਖਾਤਰ ਤਾਂ ਉਹ ਰੱਬ ਦਾ ਰੂਪ ਹੁੰਦਾ, ਜੋ ਕੁਝ ਵੀ ਕਰਦਾ ਗੋਡ ਦੇ ਬਿਹਾਵ ਤੇ ਕਰਦਾ, ਇਸ ਕਰਕੇ ਉਹਨੂੰ ਰੱਬ ਹੀ ਕਿਹਾ ਜਾਂਦਾ। ਪਰ ਅਸਲ ਵਿੱਚ ਉਹ ਨਹੀਂ ਮੰਨਦਾ ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਬਹੁਤ ਛੋਟਾ ਰੱਖਦਾ, ਦਾਸ ਬਣ ਕੇ ਰਹਿੰਦਾ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਸਿੱਖ ਦਾ ਫਰਜ਼ ਹੈ ਬੜਾ ਕਰੇ, ਗੁਰੂ ਨੂੰ ਪਰਮਾਤਮਾ ਸਮਝੇ, ਲੇਕਿਨ ਜਿਹੜਾ ਗੁਰੂ ਹੈ ਅਸਲ ਵਿੱਚ ਉਹ ਕਦੇ ਵੀ ਨਹੀਂ ਸਮਝਦਾ ਆਪਣੇ ਆਪ ਨੂੰ ਪਰਮਾਤਮਾ। ਉਹ ਉਹਦੇ ਚਰਨਾਂ ਦਾ ਦਾਸ ਸਮਝਦਾ, ਸੇਵਕ ਸਮਝਦਾ ਆਪਣੇ ਆਪ ਨੂੰ। ਪਤਾ ਨਹੀਂ ਕਿੰਨੇ ਵਿਸ਼ੇਸ਼ਣਾਂ ਦੁਆਰਾ ਗੁਰਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਨੇ ਨੀਵਾਂ ਕਿਹਾ ਹੋਇਆ। ਲੂਣ ਹਰਾਮੀ ਤੱਕ ਵੀ, ਨੀਚ ਵੀ ਬਹੁਤ ਨੀਵਾਂ ਕਰਿਆ ਹੋਇਆ, ਕਿਉਂਕਿ ਆਫਟਰ ਆਲ ਪੈਦਾਇਸ਼ ਸਭ ਦੀ ਪਰਮਾਤਮਾ ਤੋਂ ਹੋਈ ਹੈ। ਮੁੱਢ ਵਿੱਚ ਉਹੀ ਸੀਗਾ, ਹੁਣ ਵੀ ਹੈ, ਰਹਿਣਾ ਵੀ ਉਸੇ ਨੇ। ਬਾਕੀ ਸੰਸਾਰ ਨੇ ਤਾਂ ਸਰੀਰਕ ਤੌਰ ਪਰ ਚਲੇ ਜਾਣਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਜਾਂ ਸਾਧੂ ਦੀ ਮਹਿਮਾ ਰਹੂਗੀ ਔਰ ਸੰਗਤ ਦੀ ਰਹੂਗੀ, ਜਾਂ ਪਰਮਾਤਮਾ ਤਾਂ ਰਹਿੰਦਾ ਹੀ ਰਹਿੰਦਾ। ਹੋਰ ਕਿਸੇ ਨੇ ਇੱਥੇ ਨਹੀਂ ਰਹਿਣਾ। ਸਾਰਿਆਂ ਦਾ ਕੂੜ ਹੈ, ਸਭ ਕੁਛ ਕੂੜ ਹੈ ਬਾਕੀ ਦਾ। ਜਿਵੇਂ ਕੂੜ ਬੀਵੀ, ਕੂੜ ਮੀਆਂ, ਕੂੜ ਬੀਵੀ, ਸਭ ਕੂੜ ਹੈ। ਸੰਬੰਧੀ, ਕੁਟੰਬੀ, ਸਭ ਕੂੜ। ਮਾਇਆ ਸਭ ਕੂੜ। ਕੂੜ ਦਾ ਮਤਲਬ ਹੈ ਨਾ ਰਹਿਣ ਵਾਲੇ। ਸਤ ਕੇਵਲ ਇੱਕ ਨਾਮ ਹੈ, ਰੱਬ ਦਾ ਨਾਮ ਹੈ ਜਾਂ ਪਰਮਾਤਮਾ ਖੁਦ ਹੈ। ਇਹਨਾਂ ਤੋਂ ਬਿਨਾਂ ਸਭ ਕੁਛ ਕੂੜ ਹੈ। ਪਰ ਹੁਣ ਇਹਦਾ ਮਤਲਬ ਇਹ ਵੀ ਨਹੀਂ ਹੈ ਵੀ ਆਪਾਂ ਇਹਨਾਂ ਨੂੰ ਵਰਤਣਾ ਨਹੀਂ ਹੈ, ਨਾ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਵਿੱਚ ਰਹਿਣਾ ਹੈ। ਮੀਆਂ ਬੀਵੀ ਇਕੱਠੇ ਰਹਿਣਗੇ, ਬੱਚੇ ਹੋਣਗੇ, ਇਹ ਉਹਦਾ ਹੁਕਮ ਹੈ, ਇਹ ਕਰਨਾ ਹੈ। ਮਾਇਆ ਵੀ ਵਰਤਣੀ ਹੈ। ਘੋੜੀਆਂ ਤੱਕ ਵੀ ਮੰਗੀਆਂ ਹੋਈਆਂ ਭਗਤਾਂ ਨੇ, ਔਰ ਚੰਗੀਆਂ ਲਵੇਰੀਆਂ ਵੀ ਮੰਗੀਆਂ ਦੁੱਧ ਪੀਣ ਖਾਤਰ, ਰਜਾਈਆਂ ਤਲਾਈਆਂ ਵੀ ਮੰਗੀਆਂ ਹੋਈਆਂ। ਇਹ ਕੋਈ ਬੁਰਾਈ ਨਹੀਂ ਹੈ। ਬੁਰਾਈ ਇਹਨਾਂ ਦੀ ਵਰਤੋਂ 'ਚ ਹੁੰਦੀ ਹੈ। ਜਿੱਕਣ ਇੱਕ ਕਿਰਪਨ ਹੈ, ਆ ਹੁਣ ਉੱਪਰ ਵਿਚਾਰ ਆਈ ਹੈ, ਇੱਕ ਕੰਜੂਸ ਹੁੰਦਾ, ਉਹ ਸਾਂਭ ਸਾਂਭ ਕੇ ਮਾਇਆ ਧਰਤੀ 'ਚ ਦੱਬ ਲੈਂਦਾ, ਉਹਦੇ ਕੰਮ ਨਹੀਂ ਆਉਂਦੀ, ਮਰ ਜਾਂਦਾ, ਦੱਬੀ ਹੋ ਰਹਿ ਜਾਂਦੀ ਕੰਧਾਂ ਵਿੱਚ ਆ ਕਿਤੇ ਜ਼ਮੀਨਾਂ 'ਚ। ਸੋ ਇਹਨਾਂ ਤੋਂ ਕੰਮ ਲੈਣਾ ਮਾਇਆ ਤੋਂ, ਇਹ ਸਾਡੇ ਗੁਜ਼ਰਾਨ ਖਾਤਰ ਹੈ, ਜ਼ਰੂਰੀ ਹੈ। ਮਾਇਆ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ। ਸਰੀਰੇ ਮਾਇਆ, ਪਹਿਲਾਂ ਸਰੀਰ ਤੋਂ ਬਿਨਾਂ ਕਿਵੇਂ ਰਹਿ ਜਾਂਗੇ। ਪੁੱਤ ਧੀ ਵੀ ਮਾਇਆ, ਚੰਦ ਸੂਰਜ ਧਰਤੀਆਂ ਸਭ ਮਾਇਆ। ਇੱਕ ਤੋਂ ਬਿਨਾਂ ਸਭ ਕੁਛ ਮਾਇਆ, ਜਿਹਨੂੰ ਆਪਾਂ ਡੁਅਲਟੀ ਕਹਿੰਦੇ ਹਾਂ। ਸੋ ਗੁਰਮੁਖ ਹੁੰਦਾ ਹੀ ਉਹੀ ਹੈ ਜਿਹਦੇ ਅੰਦਰ ਨਾਮ ਚੱਲ ਪਵੇ ਔਰ ਇੱਕ ਤੋਂ ਬਿਨਾਂ ਦੂਜੇ ਨੂੰ ਨੱਕ ਹੇਠ ਨਾ ਲਿਆਵੇ। ਜੇ ਕੋਈ ਸੰਤ ਪੁਰਸ਼, ਆਪਾਂ ਉਹਨੂੰ ਸੰਤ ਕਹਿੰਦੇ ਹਾਂ ਜਾਂ ਉਹਨੂੰ ਬਹੁਤ ਬੜਾ ਸਮਝਦੇ ਹਾਂ, ਡੇਰੇਦਾਰ ਹੈ, ਲੱਖਾਂ ਦੀ ਉਹਦੇ ਚੇਲੇਦਾਰੀ ਹੈ, ਅਗਰ ਉਹ ਇੱਕ ਪਰ ਨਹੀਂ ਖੜਾ, ਫਿਰ ਸਮਝ ਲਓ ਵੀ ਉਹ ਸੰਤ ਨਹੀਂ ਹੈ। ਇਹ ਪਛਾਣ ਹੈ ਗੁਰਬਾਣੀ ਦੀ। ਏਕੇ ਪਰ ਖੜਾ ਜਾਂ ਨਹੀਂ, ਪਰ ਇਹਨੂੰ ਜਾਣੂਗਾ ਕੌਣ? ਜਿਹੜਾ ਖੁਦ ਏਕੇ ਪਰ ਖੜਾ। ਜਿਹੜਾ ਆਪੇ ਮੜੀਆਂ ਮਸਾਣੀਆਂ 'ਚ ਮੱਥੇ ਟੇਕਦਾ, ਦੀਵੇ ਬਾਲਦਾ, ਉਹ ਕਿਵੇਂ ਜਾਣੂਗਾ ਉਹਨੂੰ? ਉਹ ਤਾਂ ਉਹਨੂੰ ਚੰਗਾ ਕਹੂਗਾ ਸਗੋਂ, ਵੀ ਦੇਖੋ ਜੀ ਉਹ ਤਾਂ ਸਾਰਿਆਂ ਨੂੰ ਇੱਕ ਜਿਹਾ ਸਮਝਦਾ। ਜਿਹੜਾ ਸਾਰਿਆਂ ਨੂੰ ਇੱਕ ਜਿਹਾ ਸਮਝਦਾ ਉਹ ਸੰਤ ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਸਮਝਿਓ ਗੱਲ ਦਾ। ਕੋਈ ਵੀ ਸ਼ੈ ਜਿਹੜੀ ਰੱਬ ਨੇ ਪੈਦਾ ਕਰੀ ਹੋਈ ਹੈ, ਬੀ ਇਟ ਦੇਵੀ ਦੇਵਾਸ, ਬੀ ਇਟ ਅਵਤਾਰਸ, ਬੀ ਇਟ ਚੰਦ ਸੂਰਜ, ਬੀ ਇਟ ਐਨੀ ਹਿਊਮਨ, ਉਹ ਉਹਦੇ ਵਰਗਾ ਨਹੀਂ ਹੋ ਸਕਦਾ ਹੈ, ਕਿਉਂਕਿ ਇਹ ਉਹਦੀ ਕ੍ਰੀਏਸ਼ਨ ਹੈ। ਕ੍ਰੀਏਸ਼ਨ ਕੈਨ ਨਾਟ ਬੀ ਦਾ ਕ੍ਰੀਏਟਰ। ਤੋ ਸੰਤ ਜਿਹੜਾ ਹੋਊਗਾ ਉਹ ਇੱਕ ਪਰ ਖੜਾ ਹੋਊਗਾ, ਬਸ ਇਹ ਉਹਦਾ ਨਿਸ਼ਚਾ ਹੈ, ਇਹ ਗੁਰਬਾਣੀ ਦਾ ਨਿਸ਼ਚਾ। ਅਸੀਂ ਸੰਤਗਿਰੀ ਤਾਂ ਦੇਖਦੇ ਹਾਂ ਬਾਹਰੋਂ, ਵੀ ਮੰਦਰ ਕੋਈ ਗੁਰਦੁਆਰੇ ਕਿੰਨੇ ਕੁ ਬਣਾਉਂਦਾ ਹੈ, ਜਾਂ ਮਸੀਤਾਂ ਬਣਾਉਂਦਾ ਹੈ, ਜਾਂ ਲੰਗਰ ਚਲਾਉਂਦਾ। ਇਹ ਕੰਮ ਤਾਂ ਇੱਕ ਨੈਗੇਟਿਵ ਪਰਸਨੈਲਿਟੀ ਵੀ ਕਰਦੀ ਹੈ। ਸੱਜਣ ਕਿਆ ਕਰ ਰਿਹਾ ਸੀ, ਹੋਰ ਭੂਮੀਆ ਚੋਰ ਕਿਆ ਕਰ ਰਿਹਾ ਸੀ। ਇਹਨਾਂ ਚੀਜ਼ਾਂ ਤੋਂ ਪਛਾਣ ਨਹੀਂ ਹੁੰਦੀ। ਇਹ ਸਾਡਾ ਬੁੱਧੀ, ਅਸੀਂ ਬੁੱਧੀ ਨਾਲ ਪਛਾਣਦੇ ਹਾਂ। ਜਿਹੜੀ ਗੁਰਬਾਣੀ ਹੈ, ਗੁਰਮਤਿ ਹੈ, ਉਹ ਅੰਦਰ ਤੋਂ ਵਿਵੇਕ ਨਾਲ ਪਛਾਣਦੀ ਹੈ ਸੰਤ ਨੂੰ। ਜਿੰਨਾ ਚਿਰ ਅਨਟਿਲ ਐਂਡ ਅਨਲੈਸ ਉਹਦੇ ਅੰਦਰ ਨਾਮ ਨਹੀਂ ਚੱਲਦਾ, ਉਸ ਸ਼ਖਸੀਅਤ ਦੇ ਹੀ ਕਾਂਟ ਬੀ ਏ ਸੇਂਟ। ਚੰਗਾ ਪੁਰਸ਼ ਹੋ ਸਕਦਾ ਹੈ, ਭਲਾ ਪੁਰਸ਼ ਹੋ ਸਕਦਾ ਹੈ, ਔਰ ਹੁੰਦਾ ਹੈ, ਪਰ ਗੁਰਮੁਖ ਨਹੀਂ ਹੁੰਦਾ, ਸੰਤ ਨਹੀਂ ਹੁੰਦਾ। ਸਤੋਗੁਣੀ ਹੋ ਸਕਦਾ, ਸਤੋਗੁਣੀ ਚੰਗਾ ਪੁਰਸ਼ ਹੁੰਦਾ, ਰਜੋ ਔਰ ਤਮੋ ਦੇ ਉੱਪਰ ਉੱਠਿਆ ਵਾ ਹੁੰਦਾ ਉਹ ਮਾਇਆ ਦੇ ਵਿੱਚ, ਪਰ ਅੰਦਰ ਬਰੀਕੀ ਦੇ ਵਿੱਚ ਉਹਦੀ ਹਉਮੈ ਵੀ ਬਰੀਕ ਹੁੰਦੀ ਹੈ, ਅਤੇ ਉਹਦੀ ਜਿਹੜੇ ਬਾਕੀ ਦੇ ਔਗਣ ਹੈ ਉਹਨਾਂ ਨੂੰ ਛੁਪਾ ਲੈਂਦਾ। ਉਹ ਦੇਖਣ ਨੂੰ ਐਂ ਲੱਗਦਾ ਹੁੰਦਾ ਵੀ ਇਹ ਵੀ ਸੰਤ ਹੈ,
ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਹੈ, ਜਿਹੜਾ ਰੱਬ ਦੇ ਵਿੱਚ ਕੁਛ ਵਿਸ਼ਵਾਸ ਹੀ ਨਹੀਂ ਕਰਦਾ, ਉਹਨੂੰ ਵੀ ਅਸੀਂ ਸੰਤ ਕਹਿੰਦੇ ਹਾਂ। ਔਰ ਬਲਕਿ ਗੁਰੂ ਤੇ ਵੀ ਬਹੁਤ ਉੱਚਾ ਦਰਜਾ ਦਈ ਬੈਠੇ ਹਾਂ ਇਤਿਹਾਸ ਮਿਥਿਹਾਸ 'ਚ। ਜਾਂ ਤਾਂ ਗੱਲ ਗੁਰੂਆਂ ਦੀ ਮੰਨ ਲਓ ਜਾਂ ਆਪਣੀ ਮਨ ਦੀ ਕਰ ਲਓ। ਜੇ ਮਨ ਦੀ ਕਰਨੀ ਹੈ ਤਾਂ ਆਪਾਂ ਨੇ ਸਰਵਣ ਭਗਤ ਨੂੰ ਬਹੁਤ ਉੱਚਾ ਸੰਤ ਗਿਣਨਾ ਹੈ। ਜੇ ਗੁਰਬਾਣੀ ਦੀ ਗੱਲ ਕਰੋਗੇ ਤਾਂ ਬਿਲਕੁਲ ਨਹੀਂ ਹੈ, ਕਿਉਂਕਿ ਸਰਵਣ ਭਗਤ ਦੇ ਜਿਹੜੇ ਕੰਮ ਹੈ ਉਹ ਤਾਂ ਨੇਕ ਹੈ। ਸਤੋਗੁਣੀ ਸੀ, ਮਾਂ ਬਾਪ ਦੀ ਸੇਵਾ ਕਰੀ ਸਾਰੀ ਉਮਰ, ਤੀਰਥਾਂ ਪੱਲੇ ਹੀ ਫਿਰਿਆ ਬਹਿੰਗੇ 'ਚ ਬਿਠਾ ਕੇ। ਪਰ ਗੁਰਬਾਣੀ ਨੇ ਕਾਹਤੇ ਮਾਨਤਾ ਨਹੀਂ ਦਿੱਤੀ ਉਹਨੂੰ? ਅਸੀਂ ਦੇ ਰਹੇ ਹਾਂ, ਸਾਡੀ ਆਪਣੀ ਮਨਮੱਤ ਹੈ। ਸਤਿਕਾਰ ਕਰਨਾ ਹੋਰ ਚੀਜ਼ ਹੈ, ਸਤਿਕਾਰ ਤਾਂ ਸਾਰੇ ਹੀ ਕਰਦੇ, ਗੁਰੂ ਸਾਹਿਬ ਵੀ ਕਰਦੇ ਸੀ ਉਹਨਾਂ ਦਾ, ਸਤੋਗੁਣੀਆਂ ਦਾ, ਆਪਾਂ ਵੀ ਕਰਦੇ ਹਾਂ, ਕਰਨਾ ਚਾਹੀਦਾ ਹੈ। ਪਰ ਜੇ ਅਸੀਂ ਕਹੀਏ ਵੀ ਉਹ ਸੰਤ ਸੀ ਉਹਨਾਂ ਨੂੰ ਪੂਜਣ ਲੱਗ ਜਾਓ, ਉਹ ਗੱਲ ਫਿਰ ਗੁਰਬਾਣੀ ਨਹੀਂ ਮੰਨਦੀ, ਉੱਥੇ ਵਿਰੋਧ ਹੈ ਫਿਰ ਗੁਰਮਤਿ ਦਾ। ਕਿਉਂਕਿ ਉਹ ਇੱਕ ਪਰ ਖੜਾ ਹੀ ਨਹੀਂ ਸੀ ਸਰਵਣ ਭਗਤ। ਮਹਾਤਮਾ ਬੁੱਧ ਜੀ ਬਾਰੇ 'ਚ ਵੀ ਇਹੀ ਗੱਲ ਹੈ, ਹਾਲਾਂਕਿ ਕਿੰਨੀ ਪ੍ਰਸਿੱਧੀ ਹੈ ਦੁਨੀਆ ਦੇ ਵਿੱਚ, ਬਾਣੀ 'ਚ ਕਿਤੇ ਨਾਂ ਤੱਕ ਵੀ ਨਹੀਂ ਆਉਂਦਾ ਉਹਨਾਂ ਦੀ ਵਡਿਆਈ ਖਾਤਰ। ਜੇ ਗੁਰਮਤਿ ਨਾਲ ਚੱਲਣਾ ਤਾਂ, ਜੇ ਲੋਕਾਚਾਰੀਆਂ ਕਰਨੀਆਂ ਤਾਂ ਜੋ ਮਰਜ਼ੀ ਕਰੀ ਜਾਓ, ਫਿਰ ਉਹ ਚੰਗੀਆਂ ਵੀ ਲੱਗਦੀਆਂ ਲੋਕਾਂ ਨੂੰ, ਲੋਕਾਚਾਰੀਆਂ ਕਰੀਆਂ ਹੋਈਆਂ। ਪਰ ਗੁਰਮਤਿ ਤਾਂ ਕੋਈ ਹੋਰ ਚੀਜ਼ ਹੈ। ਗੁਰਮੁਖ ਜੇ ਬਣਨਾ ਹੈ ਤਾਂ ਫਿਰ ਏਕੇ ਨਾਲ ਜੁੜਨਾ ਹੀ ਪੈਣਾ, ਉਸ ਤੋਂ ਬਿਨਾਂ ਗੁਰਮੁਖ ਨਹੀਂ ਖਵਾ ਸਕਦਾ। ਲਿਬਾਸ ਨੂੰ ਗੁਰਮੁਖਤਾ ਹੀ ਨਹੀਂ ਕਹਿੰਦੇ, ਜਾਂ ਲਿਬਾਸ ਨੂੰ ਤਜਣਾ। ਰਾਤ ਵੀ ਵਿਚਾਰਾਂ ਆ ਲੀਆਂ, ਪਾਰਸਾਈ ਨਾ ਤਰਕੇ ਜਾਮਾ ਵਾ ਬਸ। ਗੁਰਮੁਖਤਾਈ ਕੇਵਲ ਔਰ ਕੇਵਲ ਜਿੱਥੇ ਨਾਮ ਵਸਦਾ ਅੰਦਰ ਚੱਲ ਰਿਹਾ ਹੈ, ਹੋਰ ਨਹੀਂ ਹੈ। ਮੈਨੂੰ ਇੱਕ ਗੱਲ ਹੋਰ ਦੱਸ, ਸਾਧ ਸੰਗਤ ਜੀ ਆਗਿਆ ਦਿਓ, ਕਹਿਣ ਦੇਣਾ ਬੁਰਾ ਨਾ ਮਨਾ ਜਿਓ, ਕਿਉਂਕਿ ਇਹ ਗੱਲ ਸੱਚ ਹੈ। ਜੇ ਕਿਸੇ ਨੇ ਗੁਰਬਾਣੀ ਕੰਠ ਕਰੀ ਵੀ ਹੋਵੇ ਬਹੁਤ ਜ਼ਿਆਦਾ, ਸਮਝ ਲਓ ਵੀ ਸਾਰਾ ਦਿਨ ਗੁਰਬਾਣੀ ਉਹਦੇ ਕੰਠ ਹੋਵੇ, ਉਹ ਜ਼ਰੂਰੀ ਨਹੀਂ ਵੀ ਸੰਤ ਹੋਵੇ। ਜੇ ਗੁਰਬਾਣੀ ਨੇ ਅੱਗੇ ਕਿਰਪਾ ਉਹਦੇ ਉੱਤੇ ਕਰ ਦਿੱਤੀ, ਕੰਠ ਤੋਂ ਅੱਗੇ ਤੁਰ ਪਿਆ ਉਹ, ਉਹਦੇ ਅੰਦਰ ਵਸ ਗਈ ਗੁਰਬਾਣੀ, ਨਾਮ ਚੱਲ ਪਿਆ, ਉਹ ਸੰਤ ਹੈ। ਬਣਾਉਣਾ ਗੁਰਬਾਣੀ ਨਹੀਂ ਹੈ, ਕਿਉਂਕਿ ਗੁਰਬਾਣੀ ਗੁਰੂ ਹੈ। ਭੇਦ ਹੈ ਗੱਲਾਂ 'ਚ। ਸਾਨੂੰ ਭੁਲੇਖਾ ਪੈ ਜਾਂਦਾ ਵੀ, ਇੱਥੇ ਗਰੁੱਪ 'ਚ ਵੀ ਕਈ ਵਾਰ ਵਿਚਾਰਾਂ ਹੋਈਆਂ ਵੀ ਜੀ ਉਹ ਬੜਾ ਨਿਤਨੇਮੀ ਸੀਗਾ, ਬੜਾ ਉਹਦੀ ਸਾਰਾ ਪਰਿਵਾਰ ਲੱਗਿਆ ਵਾ ਸੀ ਇੱਧਰ ਨੂੰ, ਤਾਂ ਸੰਤ ਸੀਗਾ ਉਹ, ਤਾਂ ਬੜਾ ਕੁਛ ਆਪਾਂ ਕਰ ਦਿੰਦੇ ਇਸ ਤਰ੍ਹਾਂ। ਲੇਕਿਨ ਗੱਲ ਪਿੱਛੇ ਹੋਰ ਹੁੰਦੀ ਹੈ। ਅੱਛਾ ਪੁਰਸ਼ ਹੋਣਾ ਚੰਗੀ ਗੱਲ ਹੈ, ਬੁਰੀ ਗੱਲ ਨਹੀਂ ਹੈ। ਅੱਛਾ ਪੁਰਸ਼ ਹੋਣਾ ਹੋ ਸਕਦਾ ਕੋਈ ਵੀ ਬੰਦਾ ਐਸਾ, ਲੇਕਿਨ ਗੁਰਮੁਖ ਹੋ ਜਾਣਾ ਇਹ ਗੁਰਮਤਿ ਦੇ ਅਨੁਸਾਰ ਗੁਰਮੁਖ ਨਹੀਂ ਹੋ ਸਕਦਾ। ਜਿੰਨਾ ਚਿਰ ਪਰਮਾਤਮਾ ਜਾਂ ਗੁਰੂ ਉਹਦੇ ਤੇ ਵਰਸੇ ਨਾ, ਉਹਦੇ ਨੂੰ ਨਾਮ ਨਾ ਅੰਦਰ ਚਲਾਵੇ, ਉਹ ਪੁਰਸ਼ ਕਹਿ ਸਕਦਾ ਉਹੀ ਜੀ ਗੱਲ ਜਿਹੜੀ ਦੁਨੀਆ ਨੂੰ ਚੰਗੀ ਵੀ ਨਹੀਂ ਲੱਗਦੀ। ਕਿਉਂਕਿ ਸੰਤ ਹੁੰਦਾ ਹੀ ਬਹੁਤ ਉੱਚਾ, ਉਹਦਾ ਰੱਬ ਵਰਗਾ ਹੁੰਦਾ, ਉਹਨੇ ਤਾਂ ਕੋਈ ਵੀ ਗੱਲ ਕਹਿ ਦੇਣੀ, ਲੋਕਾਂ ਨੂੰ ਚੰਗੀ ਲੱਗੇ ਨਾ ਲੱਗੇ। ਇਸ ਗਰੁੱਪ 'ਚੋਂ ਬਾਹਰ ਕਿਸੇ ਪੁਰਸ਼ ਨੇ, ਕਿਸੇ ਵਿਦਵਾਨ ਨੇ ਟਿੱਪਣੀ ਕਰੀ ਸੀ ਇਸ ਗੱਲ 'ਤੇ, ਬਾਬਾ ਜੀ ਨਸਲਪੁਰ ਵਾਲਿਆਂ ਦੇ ਉੱਤੇ, ਬਈ ਉਹ ਕਿਉਂ ਕਹਿੰਦੇ ਸੀਗੇ ਵੀ ਹਜ਼ੂਰ ਸਾਹਿਬ ਸਾਹਿਬ ਹਜ਼ੂਰ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਤਾਂ ਗੁਰਬਾਣੀ ਕਹਿ ਰਹੀ ਹੈ, ਮੋਹ ਮੋਹਿਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ। ਉਹ ਜਿਹੜੇ ਸੰਸਾਰੀ ਬੰਦੇ ਆ, ਭਾਵੇਂ ਉਹ ਲੱਗਦੇ ਹੁੰਦੇ ਉੱਪਰੋਂ ਵੀ ਵਿਦਵਾਨ ਹੈ, ਗੁਰਮੁਖ ਹੈ, ਸਭ ਕੁਛ ਹੈ, ਲੇਕਿਨ ਅੰਦਰ ਦੀ ਗੱਲ ਨਹੀਂ ਪਤਾ ਹੁੰਦੀ ਉਹਨਾਂ ਨੂੰ। ਇੱਕ ਮਹਾਂਪੁਰਖ ਇਹੀ ਜੀ ਗੱਲ ਕਹਿ ਸਕਦਾ, ਦੂਜਾ ਕਹਿ ਨਹੀਂ ਸਕਦਾ ਕੋਈ ਵੀ। ਉਹ ਤਾਂ ਸਗੋਂ ਦੁਨੀਆਦਾਰੀ ਕਰੂਗਾ, ਬੱਸਾਂ ਭਰ ਭਰ ਕੇ ਲਿਜਾਊਗਾ, ਅਸੀਂ ਉਹਨੂੰ ਵੀ ਗੁਰਮੁਖ ਬਣਾ ਦਿੰਦੇ। ਗੁਰਮੁਖ ਨੂੰ ਸਮਝਣਾ ਤਾਂ ਬਹੁਤ ਮੁਸ਼ਕਿਲ ਹੈ, ਦੁਨੀਆਦਾਰੀ ਨਾਲ ਨਹੀਂ ਗੁਰਮੁਖ ਸਮਝਿਆ ਜਾ ਸਕਦਾ। ਚਲੋ ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।